ਨਮਸਕਾਰ, ਓਮ ਸ਼ਾਂਤੀ, ਸਤਿ ਸ੍ਰੀ ਅਕਾਲ। ਅੱਜ ਸਤਿਗੁਰੂ ਕਰਤਾ ਪੁਰਖ 'ਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਅਸੀਂ ਪਿਛਲੇ ਕੁਛ ਐਪੀਸੋਡ 'ਚ ਕੁਛ ਬਹੁਤ ਹੀ ਗਹਿਨ ਜਾਂ ਫਿਰ ਗੂੜ੍ਹੀਆਂ ਗੱਲਾਂ ਕਰਿਆ ਕਰਦੇ ਥੇ। ਅੱਜ ਅਸੀਂ ਕਰੂੰਗੇ ਕਰਮ ਔਰ ਕਰਮ ਦੀ ਗਹਿਨ ਗਤੀ। ਕਿਆ ਕਰਮ, ਅਸੀਂ ਬੋਲਦੇ ਕਿ ਅਸੀਂ ਕਿਹੜੇ ਕਿਆ ਕਰਮ ਕੀਤੇ ਜਿੱਦਾਂ ਸਾਨੂੰ ਇਹ ਫਲ ਮਿਲਿਆ। ਉਹਦੇ ਵਾਸਤੇ ਸਾਡੇ ਪ੍ਰਸ਼ਨਾਂ ਦਾ ਹੱਲ ਦੇਣ ਵਾਸਤੇ ਅੱਜ ਸਾਡੇ ਇਸ ਕਾਰਿਕ੍ਰਮ 'ਚ ਪਧਾਰੇ ਹਾਂ ਨਿਰਵੈਰ ਭਾਈ ਸਾਹਿਬ। ਉਹਨਾਂ ਦਾ ਸਵਾਗਤ ਕਰਦੇ ਹਾਂ। ਆਈਏ ਸਵਾਗਤ ਕਰਦੇ ਹਾਂ। ਸਤਿਗੁਰੂ ਕਰਤਾ ਪੁਰਖ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ। ਬਹੁਤ ਬਹੁਤ ਧੰਨਵਾਦ। ਸਭ ਨੂੰ ਸਤਿ ਸ੍ਰੀ ਅਕਾਲ। ਓਮ ਸ਼ਾਂਤੀ ਜੀ। ਅੱਜ ਅਸੀਂ ਤੁਹਾਡੇ ਵਰਗੋ ਪ੍ਰਸ਼ਨ ਲੈ ਕੇ ਆਏ ਹਾਂ ਕਰਮ ਅਤੇ ਕਰਮਾਂ ਦੀ ਗਹਿਨ ਗਤੀ। ਕੁਝ ਵਿਅਕਤੀ ਇੱਦਾਂ ਬੋਲਦੇ ਕਿ ਮੈਂ ਕਿਹੜੇ ਕਰਮ ਕੀਤੇ ਜੇ ਸਾਨੂੰ ਇਹ ਇਤਨਾ ਦੁੱਖ ਸਹਿਣ ਕਰਨਾ ਪੈਂਦਾ, ਜਾਂ ਫਿਰ ਕੁਛ ਬਹੁਤ ਹੀ ਖੁਸ਼ ਹੁੰਦੇ ਉਹਨਾਂ ਨੂੰ ਦੇਖ ਕੇ ਬੋਲਦੇ ਇਹਨਾਂ ਨੇ ਕਿੱਦਾਂ ਕਰਮ ਕੀਤੇ ਜੇ ਇਹਨਾਂ ਨੂੰ ਇਤਨਾ ਸੁੱਖ ਮਿਲਿਆ। ਤਾਂ ਅੱਜ ਸਾਡਾ ਪ੍ਰਸ਼ਨ ਇਹ ਹੈ ਕਿ ਕਰਮ ਔਰ ਫਲ ਦੀ ਵਿਧੀ ਵਿਧਾਨ ਕਿਆ ਹੈ। ਵਿਧੀ ਵਿਧਾਨ ਬੜੀ ਸਿੱਧੀ ਜੀ ਗੱਲ ਹੈ। ਜੋ ਵੀ ਕਰਮ ਹੈ ਅਗਰ ਸ਼ੁਭ ਭਾਵਨਾ ਨਾਲ ਕੀਤਾ ਹੀ, ਔਰ ਖਾਸ ਕਰ ਗਿਆਨ ਔਰ ਯੋਗ ਦੀ ਸਿੱਖਿਆ ਲੈਣ ਵਾਲੇ ਜੋ ਵੀ ਭਾਈ ਭੈਣ ਹੈ, ਅਗਰ ਉਹਨਾਂ ਨੇ ਪਰਮਾਤਮਾ ਦੇ ਨਾਲ ਮਨ ਲਗਾ ਕਰਕੇ ਔਰ ਫਿਰ ਅੱਛੀ ਭਾਵਨਾ ਨਾਲ ਕੋਈ ਵੀ ਕਰਮ ਕੀਤਾ ਤੇ ਉਹ ਕਰਮ ਦਾ ਜਿਹੜਾ ਬੀਜ ਬੋਣਗੇ ਉਹਦਾ ਫਲ ਬੜਾ ਅੱਛਾ ਨਿਕਲੇਗਾ। ਇਸ ਕਰਕੇ ਕਿਹਾ ਜਾਂਦਾ ਹੈ ਵੀ ਕਰਮਾਂ ਦੀ ਖੇਤੀ ਇਹੋ ਜਿਹੀ ਕਰੋ ਜੋ ਤੁਹਾਨੂੰ ਉਹਦਾ ਫਲ ਜਿਹੜਾ ਹੈ ਉਹ ਬੜਾ ਸੁਖਦਾਈ ਮਿਲੇ। ਤਾਂ ਕਿਆ ਇਹ ਜਿਹੜੇ ਵਿਧੀ ਵਿਧਾਨ ਹੈ ਇਹ ਸਰਵ ਆਤਮਾ ਸਮਾਨ ਹੁੰਦੇ ਜਾਂ ਫਿਰ ਇਹਨਾਂ 'ਚ ਵੀ ਕੋਈ ਅੰਤਰ ਹੁੰਦਾ? ਦੇਖੋ, ਅੱਜ ਲੌਕਿਕ ਦੁਨੀਆ 'ਚ ਵੀ ਜੋ ਕਾਇਦੇ ਕਾਨੂੰਨ ਬਣਦੇ ਆ ਜੀ, ਉਹ ਸਭ ਵਾਸਤੇ ਇੱਕ ਜਿਹੇ ਹੁੰਦੇ ਆ। ਇਹ ਨਹੀਂ ਹੈ ਕਿ ਪੈਸੇ ਵਾਲੇ ਜਿਹੜੇ ਆ ਉਹਨਾਂ ਦੇ ਵਾਸਤੇ ਅਲੱਗ ਕਾਨੂੰਨ ਹੈ, ਗਰੀਬ ਹੈ ਉਹਦੇ ਵਾਸਤੇ ਅਲੱਗ ਕਾਨੂੰਨ ਹੈ, ਮਿਡਲ ਕਲਾਸ ਵਾਲੇ ਆ ਉਹਨਾਂ ਦੇ ਅਲੱਗ ਕਾਨੂੰਨ ਹੈ। ਇਸ ਤਰ੍ਹਾਂ ਨਹੀਂ ਹੈ। ਕਾਇਦੇ ਕਾਨੂੰਨ ਜਦੋਂ ਸਰਕਾਰ ਬਣਾਉਂਦੀ ਹੈ ਤੇ ਉਹ ਆਦਿ ਮੱਧ ਅੰਤ ਸੋਚ ਕਰਕੇ ਬਣਾਉਂਦੀ। ਔਰ ਇਸੇ ਤਰ੍ਹਾਂ ਹੀ ਇਹ ਜਿਹੜਾ ਅਨਾਦਿ ਔਰ ਅਵਿਨਾਸ਼ੀ ਵਿਸ਼ਵ ਡਰਾਮਾ ਹੈ, ਜਾਂ ਕੀ ਕਹੀਏ ਇਹਨੂੰ, ਕਰਮ ਔਰ ਕਰਮ ਦੇ ਫਲ ਦੀ ਜਿਹੜੀ ਰਸਮ ਹੈਗੀ ਹੈ ਇਹ ਵੀ ਅਨਾਦਿ ਅਵਿਨਾਸ਼ੀ ਹੈ। ਔਰ ਉਹਦੇ ਵਿੱਚ ਕਰਮ ਕੀ ਹੈ, ਅਕਰਮ ਕੀ ਹੈ, ਸ੍ਰੇਸ਼ਟ ਕਰਮ ਕੀ ਹੈ ਔਰ ਵਿਕਰਮ ਕੀ ਹੈ, ਉਹਦਾ ਸਾਰਾ ਗਿਆਨ ਪਰਮ ਪਿਤਾ ਪਰਮਾਤਮਾ, ਉਹਨਾਂ ਤੋਂ ਉੱਪਰ ਤਾਂ ਕੋਈ ਹੈ ਨਹੀਂ ਜੀ, ਉਹ ਆ ਕਰਕੇ ਬ੍ਰਹਮਾ ਬਾਬਾ ਦੇ ਜ਼ਰੀਏ ਸਪਸ਼ਟ ਕਰਦੇ ਨੇ। ਅੱਜ ਦੀ ਅਗਰ ਤੁਸੀਂ ਮੁਰਲੀ ਸੁਣੀ ਹੋਏਗੀ ਤਾਂ ਖਾਸ ਬਾਬਾ ਨੇ ਕਿਹਾ 5000 ਸਾਲ ਪਹਿਲੇ ਵੀ ਇਹ ਮੁਰਲੀ ਸੁਣਾਈ ਸੀ, ਫਿਰ ਸੁਣਾਵਾਂਗੇ। ਤੇ ਇਸੇ ਤਰ੍ਹਾਂ ਹੀ ਹੁਣ ਸੋਚਣਾ ਪਏਗਾ ਕਿ ਜਦੋਂ ਅਸੀਂ ਕੰਮ ਕਰਦੇ ਹਾਂ, ਕੋਈ ਵੀ ਕੰਮ ਕਰਦੇ ਤੇ ਪਹਿਲੇ ਵਿਚਾਰ ਆਉਂਦਾ ਹੈ, ਸੰਕਲਪ ਜਿਹਨੂੰ ਕਹਿੰਦੇ ਜੀ। ਔਰ ਜੋ ਸੰਕਲਪ ਆਉਂਦਾ ਉਹਦੇ ਉੱਪਰ ਸੰਕਲਪ ਮਨ 'ਚ ਆਉਂਦਾ ਹੀ। ਕਈ ਸੰਕਲਪ ਚੱਲਦੇ ਆ, ਲੇਕਿਨ ਉਹ ਸੰਕਲਪ
ਆਤਮਾ ਦੇ ਫਾਇਦੇਦਾਈ ਜਾਂ ਨੁਕਸਾਨਦਾਈ ਕਿਸ ਤਰ੍ਹਾਂ ਕਰਨਾ ਈ, ਕਦੋਂ ਕਰਨਾ ਈ, ਹਰ ਇੱਕ ਗੱਲ ਦੀ ਜਿਹੜੀ ਕੀ ਕਹੀਏ ਚਿੱਤਰਣ ਹੈ, ਉਹ ਬੁੱਧੀ ਉਸ ਨੂੰ ਨਿਰਣੇ ਕਰਦੀ ਹੈ। ਜਿਸ ਤਰ੍ਹਾਂ ਦੇਖੋ ਲੌਕਿਕ ਦੁਨੀਆ 'ਚ ਵੀ ਜਦੋਂ ਬਾਰਿਸ਼ ਆਉਣ ਵਾਲੀ ਹੁੰਦੀ ਹੈ ਅਤੇ ਬਾਰਿਸ਼ ਦੀ ਸੀਜ਼ਨ 'ਚ ਜਿਹੜੀ ਖੇਤੀ ਕਰਨੀ ਹੈ ਉਹਦੇ ਵਾਸਤੇ ਪਹਿਲੇ ਪਨੀਰੀ ਲਗਾਉਂਦੇ ਆ ਜੀ ਜੀ। ਫਿਰ ਉਸ ਤੋਂ ਬਾਅਦ ਉਹ ਕੀ ਕਹਿੰਦੇ ਉਹਨੂੰ ਖੁਦਾਈ ਕਰਦੇ, ਹਲ ਚਲਾ ਫਿਰ ਐਕਚੁਅਲ ਖੇਤੀ ਕਰਦੇ ਨੇ। ਮਤਲਬ ਹਰ ਚੀਜ਼ ਦਾ ਜਿਸ ਤਰ੍ਹਾਂ ਆਪਣਾ ਸੀਜ਼ਨ ਹੁੰਦਾ ਹੀ ਅਤੇ ਉਹਦੇ ਵਾਸਤੇ ਉਹ ਤਿਆਰੀ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਹੀ ਕੋਈ ਵੀ ਕੰਮ ਕਰਨਾ ਹੀ ਕਰਮ ਜਿਹਨੂੰ ਕਿਹਾ ਜਾਂਦਾ ਹੀ। ਜਦੋਂ ਆਤਮਾ ਸਰੀਰ 'ਚ ਆ ਗਈ ਤੇ ਬਿਨਾਂ ਕਰਮ ਰਹਿ ਨਹੀਂ ਸਕਦੀ। ਪਰਮਧਾਮ 'ਚ ਹੈ ਤੇ ਉਸ ਵੇਲੇ ਕਰਮ ਨਹੀਂ ਹੈ, ਕੋਈ ਨਾ ਕਰਮ ਹੈ, ਨਾ ਕਰਮ ਹੈ, ਨਾ ਵਿਕਰਮ ਹੈ, ਕੁਛ ਨਹੀਂ ਹੈ। ਉਹਨੂੰ ਕਿਹਾ ਜਾਂਦਾ ਹੀ ਮੁਕਤੀ। ਜੀ। ਮੁਕਤੀ ਦੀ ਸਥਿਤੀ 'ਚ ਹੈ। ਲੇਕਿਨ ਜਦੋਂ ਇਸ ਸ੍ਰਿਸ਼ਟੀ ਰੰਗ ਮੰਚ 'ਤੇ ਆ ਕਰਕੇ ਸਰੀਰ ਧਾਰਨ ਕਰਦੀ ਹੈ ਔਰ ਫਿਰ ਸਰੀਰ ਦੇ ਜ਼ਰੀਏ ਬਚਪਨ 'ਚ ਵੀ ਉਹਦੇ ਕੋਈ ਨਾ ਕੋਈ ਇਹੋ ਜਿਹੇ ਸੁੰਦਰ ਕਰਮ ਹੁੰਦੇ ਜਿਹਨੂੰ ਦੇਖ ਕਰਕੇ ਬੱਚਿਆਂ ਨੂੰ ਨੱਚਦੇ ਕੁੱਦਦੇ ਸਾਰੇ ਹੀ ਖੁਸ਼ ਹੋ ਜਾਂਦੇ ਆ। ਜੀ। ਫਿਰ ਜਦੋਂ ਵੱਡੇ ਹੁੰਦੇ ਆ ਫਿਰ ਉਹ ਪੜ੍ਹਾਈ ਅੱਛੀ ਕਰਦੇ ਆ ਤਾਂ ਵੀ ਬੜੀ ਖੁਸ਼ੀ ਹੁੰਦੀ ਹੈ। ਉਸ ਤੋਂ ਬਾਅਦ ਅੱਛੀ ਅਗਰ ਸਰਵਿਸ ਕਰਦੇ ਆ ਜਾਂ ਅੱਛਾ ਬਿਜ਼ਨਸ ਕਰਦੇ ਆ, ਕਮਾਈ ਅੱਛੀ ਕਰਦੇ ਆ, ਅਤੇ ਉਹਨੂੰ ਦੇਖ ਕਰਕੇ ਵੀ ਬੜੀ ਖੁਸ਼ੀ ਹੁੰਦੀ ਹੈ। ਅਤੇ ਕਰਮ ਜਦੋਂ ਕਰਦੇ ਆ ਤਾਂ ਉਹ ਕੌਣ ਕਰਦਾ ਹੈ? ਮਨੁੱਖ ਆਤਮਾ ਕਰਦੀ ਹੈ। ਮਨੁੱਖ ਆਤਮਾ ਸਰੀਰ ਦੇ ਜ਼ਰੀਏ ਕਰਮ ਕਰਦੀ ਹੈ ਔਰ ਕਰਮਾਂ ਦੀ ਇੱਕ ਕਹੀਏ ਕਿ ਪਰਿਭਾਸ਼ਾ ਜਿਹੜੀ ਆ ਉਹਨੂੰ ਅੱਛੀ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ ਜਦੋਂ ਅਸੀਂ ਸਰੀਰ 'ਚ ਆ ਗਏ ਅਤੇ ਅਸੀਂ ਜਦੋਂ ਮੈਂ ਕਹਿੰਦਾ ਅਸੀਂ ਮਨ ਆਤਮਾ ਅਸੀਂ ਆ ਗਏ ਅਤੇ ਫਿਰ ਕਰਮ ਬਿਨਾਂ ਰਹਿ ਨਹੀਂ ਸਕਦੇ। ਅਤੇ ਕਰਮ ਧਾਰਾ ਉਸ ਨੂੰ ਕਹਿੰਦੇ, ਕਰਮ ਧਾਰਾ ਬਿਨਾਂ ਰਹਿ ਨਹੀਂ ਸਕਦੇ। ਅਤੇ ਕਰਮ ਤਾਂ ਫਿਰ ਕਰਨਾ ਹੀ, ਲੇਕਿਨ ਉਹਦੇ ਵਿੱਚ ਸਾਨੂੰ ਇਹ ਚੋਇਸ ਹੈਗਾ ਹੀ ਕਿ ਅਸੀਂ ਕਿਹੋ ਜਿਹਾ ਕਰਮ ਕਰੀਏ। ਜੀ ਜੀ। ਇੱਕ ਹੁੰਦਾ ਹੀ ਕਿ ਬਈ ਤੁਸੀਂ ਕਰਮ ਕਰਨਾ ਹੀ ਹੈ ਭਾਵੇਂ ਕੁਝ ਵੀ ਹੋ ਜਾਏ, ਮਜਬੂਰ ਹੈਗੇ ਹੋ। ਮਜਬੂਰੀ ਨਹੀਂ ਹੈਗੀ ਹੈ, ਬਲਕਿ ਆਤਮਾ 'ਚ ਆਪਣੀ ਸੋਚਣ ਦੀ ਬੁੱਧੀ ਹੈਗੀ ਹੈ। ਉਹ ਨਿਰਣੇ ਕਰ ਸਕਦੀ ਹੈ ਕਿ ਇਹ ਮੇਰੇ ਯੋਗ ਕਰਮ ਹੈ ਜਾਂ ਨਹੀਂ ਹੈ। ਔਰ ਜੋ ਯੋਗ ਕਰਮ ਹੈ ਉਹ ਅਗਰ ਕਰਮ ਕਰਨਗੇ ਅਤੇ ਉਹਦੀ ਰਿਜ਼ਲਟ ਜਿਹੜੀ ਹੈ ਉਹ ਬੜੀ ਸੁਖਦ ਮਿਲੇਗੀ, ਸੁੱਖ ਦੇਣ ਵਾਲੀ। ਇਹਦੇ ਵਾਸਤੇ ਕੁਛ ਨਿਯਮ, ਅਨਾਦਿ ਨਿਯਮ ਬਣੇ ਹੋਏ ਆ ਜੀ ਕਿ ਜੋ ਕਰਮ ਤੁਸੀਂ ਪਰਮਾਤਮਾ ਪਿਤਾ ਦੀ ਯਾਦ 'ਚ ਰਹਿ ਕਰਕੇ ਸ੍ਰੇਸ਼ਟ ਭਾਵਨਾ ਦੇ ਨਾਲ ਆਪਣੇ ਕਲਿਆਣ ਵਾਸਤੇ, ਪਰਿਵਾਰ ਦੇ ਕਲਿਆਣ ਵਾਸਤੇ, ਸਮਾਜ ਦੇ ਕਲਿਆਣ ਵਾਸਤੇ ਅਗਰ ਇਹੋ ਜਿਹਾ ਸ੍ਰੇਸ਼ਟ ਕਰਮ ਕਰਨਗੇ ਹੋ ਜੀ ਅਤੇ ਉਸ ਦਾ ਫਲ ਤੁਹਾਨੂੰ ਸਦਾ ਹੀ ਸੁੱਖ ਮਿਲੇਗਾ, ਸ਼ਾਂਤੀ ਮਿਲੇਗੀ। ਔਰ ਅਗਰ ਤੁਸੀਂ ਅਗਿਆਨਵਸ਼ ਫਿਰ ਇਹ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਹੀ 5 ਵਿਕਾਰਾਂ ਦੀਆਂ ਉਹਦੇ ਵਸ਼ ਹੋ ਕਰਕੇ ਕੋਈ ਕਰਮ ਕਰਨਗੇ ਹੋ ਅਤੇ ਉਹ ਬਾਬਾ ਕਹਿੰਦੇ ਆ ਸ਼ੁਰੂ 'ਚ ਅਲਪਕਾਲ ਦਾ ਸੁੱਖ ਮਿਲਦਾ ਔਰ ਬਹੁਤ ਕਾਲ ਦਾ ਫਿਰ ਦੁੱਖ ਮਿਲਦਾ। ਕਿਉਂਕਿ ਕਰਮ ਇਹੋ ਜਿਹੇ ਕਰਦੇ ਆ ਜਿਹਦੀ ਰਿਜ਼ਲਟ ਮਿਲਦੀ ਹੈ ਦੁੱਖ।
ਪ੍ਰੈਕਟੀਕਲ ਦੇਖਦੇ ਹਾਂ। ਅੱਜ ਦੀ ਦੁਨੀਆ 'ਚ ਅਖਬਾਰਾਂ 'ਚ ਤੁਸੀਂ ਪੜ੍ਹਦੇ ਰਹਿੰਦੇ ਹੋ ਕੀ ਹਾਲ ਹੋ ਰਿਹਾ ਸਭ ਦਾ। ਅਤੇ ਇਹ ਖਾਸ ਮਤਲਬ ਧਿਆਨ ਦੇਣ ਦੀ ਗੱਲ ਹੈ ਕਿ ਜਦੋਂ ਪਰਮ ਪਿਤਾ ਪਰਮਾਤਮਾ ਇਸ ਸ੍ਰਿਸ਼ਟੀ 'ਤੇ ਆਉਂਦੇ ਨੇ ਅਤੇ ਉਹ ਆ ਕਰਕੇ ਸਾਨੂੰ ਫਿਰ ਗਿਆਨ ਨੇਤਰ ਦੇ ਕਰਕੇ ਜਾਗਰਿਤ ਕਰਦੇ ਨੇ। ਸਾਨੂੰ ਫਿਰ ਇਹ ਸਮਝ ਦਿੰਦੇ ਹੈ ਕਿ ਅਸੀਂ ਇਹੋ ਜਿਹਾ ਕੀ ਕਰਮ ਕਰੀਏ ਕਿ ਸਾਡੇ ਜੀਵਨ 'ਚ ਅਗਰ ਕੋਈ ਦੁੱਖ ਅਸ਼ਾਂਤੀ ਹੈ ਉਹ ਦੂਰ ਹੋ ਜਾਏ ਔਰ ਅਸੀਂ ਆਪਣੇ ਅੰਤਰਿਕ ਜੀਵਨ 'ਚ ਸੁਖੀ ਬਣ ਜਾਈਏ ਔਰ ਆਪਣੇ ਪਰਿਵਾਰ ਨੂੰ ਸਭ ਨੂੰ ਸੁਖੀ ਬਣਾ ਸਕੀਏ। ਅਤੇ ਕਰਮਾਂ ਦੀ ਗਹਿਨ ਗਤੀ ਇਹਨੂੰ ਕਿਹਾ ਜਾਂਦਾ ਹੈ। ਗਹਿਨ ਗਤੀ ਮਾਨਾ ਗਹਿਨ ਦਾ ਮਤਲਬ ਹੀ ਹੈ ਗਹਿਰੀ। ਜੀ ਜੀ। ਅਤੇ ਮੇਰਾ ਖਿਆਲ ਹੈ ਕਿ ਹਰ ਆਤਮਾ, ਹਰ ਇੱਕ ਭਾਈ ਔਰ ਹਰ ਇੱਕ ਭੈਣ ਇਹ ਥੋੜ੍ਹਾ ਜਿਹਾ ਸਾਖਸ਼ੀ ਹੋ ਕਰਕੇ ਆਪਣੇ ਆਪ ਨੂੰ ਦੇਖਣ। ਕੋਈ ਵੀ ਕਰਮ ਕਰਨ ਤੋਂ ਪਹਿਲੇ ਆਤਮਾ ਸੰਕਲਪ ਕਰਦੀ ਹੈ ਕਿ ਇਹ ਕੰਮ ਕਰਨਾ ਹੀ, ਔਰ ਉਸ ਵੇਲੇ ਬੁੱਧੀ ਆਪਣਾ ਕੰਮ ਕਰਦੀ ਹੈ। ਉਹ ਤੁਹਾਨੂੰ ਨਿਰਣੇ ਦਿੰਦੀ ਹੈ ਕਿ ਤੁਹਾਡੇ ਫਾਇਦੇ ਕੀ ਚੀਜ਼ ਹੈ ਜਾਂ ਤੁਹਾਡੇ ਨੁਕਸਾਨ ਦੀ ਚੀਜ਼ ਹੈ। ਔਰ ਉਸ ਵੇਲੇ ਅਗਰ ਤੁਸੀਂ ਠੀਕ ਨਿਰਣੇ ਲੈ ਲਿਆ, ਤੁਹਾਡੀ ਨਿਰਣੇ ਸ਼ਕਤੀ ਉਸ ਵੇਲੇ ਠੀਕ ਕੰਮ ਕਰ ਰਹੀ ਹੈ ਅਤੇ ਤਾਂ ਤੇ ਤੁਸੀਂ ਸੁਖੀ ਰਹਿਣਗੇ ਹੋ। ਔਰ ਉਸ ਵੇਲੇ ਅਗਰ ਤੁਹਾਡੇ 'ਚ ਕਮਜ਼ੋਰੀ ਹੈਗੀ ਹੈ, ਕੋਈ ਆਦਤ ਪੈ ਜਾਂਦੀ ਹੈ, ਕਿਸੇ ਨੂੰ ਸ਼ਰਾਬ ਪੀਣ ਦੀ ਆਦਤ ਪੈ ਜਾਂਦੀ, ਕਿਸੇ ਨੂੰ ਸਿਗਰਟ ਪੀਣ ਦੀ ਆਦਤ ਪੈ ਜਾਂਦੀ ਹੈ, ਕਿਸੇ ਨੂੰ ਤੰਬਾਕੂ ਖਾਣ ਦੀ ਆਦਤ ਪੈ ਜਾਂਦੀ ਹੈ, ਕਿਸੇ ਨੂੰ ਹੋਰ ਡਰੱਗਸ ਲੈਣ ਦੀ ਆਦਤ ਪੈ ਜਾਂਦੀ ਹੈ, ਔਰ ਉਹ ਇਤਨਾ ਦਿਮਾਗ ਨੂੰ, ਉਹਦੀ ਵਿਲ ਪਾਵਰ ਨੂੰ ਕਮਜ਼ੋਰ ਕਰ ਦਿੰਦੇ ਹੈ ਕਿ ਜਾਣਦਿਆਂ ਹੋਇਆਂ ਵੀ ਕਿ ਇਹ ਤੋਂ ਕੀ ਨੁਕਸਾਨ ਹੋ ਜਾਏਗਾ, ਫਿਰ ਵੀ ਇਹੋ ਜਿਹੇ ਕਰਮ ਹੋ ਜਾਂਦੇ ਆ। ਸੰਕਲਪ ਚਾਹੇਗਾ ਕਿ ਨਹੀਂ ਕਰੀਏ, ਫਿਰ ਵੀ ਹੋ ਜਾਂਦਾ। ਪਰ ਵਿਲ ਪਾਵਰ ਜਿਹੜੀ ਆ ਉਹ ਇਤਨੀ ਕਮਜ਼ੋਰ ਹੁੰਦੀ ਹੈ, ਫਿਰ ਵੀ ਹੋ ਜਾਂਦੇ ਆ। ਇਸ ਕਰਕੇ ਤੁਸੀਂ ਕਦੀ ਸੁਣਿਆ ਨਹੀਂ ਹੋਏਗਾ, ਕੋਈ ਇਹੋ ਜਿਹੇ ਪੰਜਾਬ 'ਚ ਤਾਂ ਮੈਂ ਦੇਖਿਆ ਸੀ 10 ਨੰਬਰੀ ਬਦਮਾਸ਼ ਹੁੰਦੇ ਸੀ। ਪੁਲਿਸ ਪਕੜ ਕਰਕੇ ਉਹਨੂੰ ਜੇਲ੍ਹ 'ਚ ਰੱਖੇਗੀ, ਕੇਸ ਚੱਲੇਗਾ, 10 ਸਾਲ ਦੀ ਜਾਂ 15 ਸਾਲ ਦੀ ਜਾਂ 5 ਸਾਲ ਦੀ ਜਾਂ 1 ਸਾਲ ਦੀ ਸਜ਼ਾ ਮਿਲ ਜਾਏਗੀ। ਉਹ ਸਜ਼ਾ ਕੱਟ ਕੇ ਆਏਗਾ, ਥੋੜ੍ਹੇ ਦਿਨ 'ਚ ਦੇਖੋ ਫਿਰ ਕੋਈ ਨਾ ਕੋਈ ਇਹੋ ਜਿਹਾ ਕੰਮ ਕਰ ਲਿਆ, ਬਦਮਾਸ਼ੀ ਕਰ ਲਈ, ਚੋਰੀ ਕਰ ਲਈ, ਫਿਰ ਪਕੜਾ ਜਾਏਗਾ, ਫਿਰ ਉਹਦੇ 'ਤੇ ਕੇਸ ਚੱਲੇਗਾ, ਫਿਰ ਜੇਲ੍ਹ 'ਚ ਚਲੇ ਜਾਏਗਾ। ਉਹਨੂੰ ਬਾਬਾ ਕਹਿੰਦੇ ਆ ਇਹੋ ਜਿਹੇ ਜਿਹੜੇ ਲੋਕ ਹੁੰਦੇ ਆ ਉਹ ਜੇਲ੍ਹ ਬਰਡਸ ਹੁੰਦੇ ਆ, ਉਹਨਾਂ ਨੂੰ ਜੇਲ੍ਹ 'ਚ ਹੀ ਸੁੱਖ ਮਿਲਦਾ, ਲੇਕਿਨ ਉਹਨਾਂ ਦਾ ਨਾਮ ਬੜਾ ਬਦਨਾਮ ਹੁੰਦਾ ਹੈ ਜੀ। ਅਤੇ ਇਹ ਆਪ ਨੂੰ ਅਸੀਂ ਸੋਚੀਏ ਜਦੋਂ ਗਿਆਨ ਲੈ ਰਹੇ ਹਾਂ ਔਰ ਉਹਦੇ ਨਾਲ ਨਾਲ ਸਰਵੋੱਚ ਪਰਮਾਤਮਾ ਦੀ ਯਾਦ, ਜਿਹਨੂੰ ਅਸੀਂ ਸਹਿਜ ਰਾਜਯੋਗ ਕਹਿੰਦੇ ਹਾਂ, ਉਹਦਾ ਅਭਿਆਸ ਅਗਰ ਕਰ ਰਹੇ ਹਾਂ ਅਤੇ ਫਿਰ ਸਾਡਾ ਜੀਵਨ ਦੁਨੀਆ ਵਾਸਤੇ ਇੱਕ ਮਿਸਾਲ ਬਣਨਾ ਚਾਹੀਦਾ ਹੈ, ਐਗਜ਼ਾਮਪਲ ਬਣਨਾ ਚਾਹੀਦਾ ਹੈ। ਜੇ ਸਾਡੇ ਕਰਮਾਂ ਨੂੰ ਕੋਈ ਦੇਖ ਕਰਕੇ ਸ਼ੁਭ ਪ੍ਰੇਰਨਾ ਲੈਂਦਾ ਏ, ਇਹੋ ਜਿਹੇ ਕਰਮ ਅਸੀਂ ਕਰੀਏ ਅਤੇ ਉਹ ਦੇ ਆਰ ਵਰਥ। ਜੀ। ਅਤੇ ਕਿਆ ਜਿਹੜੀ ਆਤਮਾ ਪੁਰਸ਼ਾਰਥ ਕਰਦੀ ਉਹਨਾਂ ਦਾ ਕਰਮ ਭੋਗ ਮੁਕਤ ਹੋ ਸਕਦਾ ਤਾਂ ਫਿਰ ਕਿੱਦਾਂ ਹੋ ਸਕਦਾ? ਯਾਦ ਤੇ ਜਾਂ ਇਸ ਵੇਲੇ ਸਾਨੂੰ ਜੋ ਈਸ਼ਵਰੀ ਗਿਆਨ ਮਿਲਦਾ ਹੀ, ਉਹਦੇ ਵਿੱਚ ਪਰਮਾਤਮਾ ਪਿਤਾ ਸਾਨੂੰ ਕਹਿੰਦੇ ਹੈ ਕਿ ਅਗਰ ਤੁਸੀਂ ਸੱਚੀ ਦਿਲ ਨਾਲ ਸਵਯੰ ਨੂੰ ਆਤਮਾ ਨਿਸ਼ਚੈ ਕਰੋ, ਔਰ ਆਤਮਾ ਵੀ ਕਿਹੜੀ ਕਿ ਅਸੀਂ ਪਵਿੱਤਰ ਆਤਮਾ ਹੈਗੇ,
ਪਾਵਨ ਆਤਮਾ ਹੈਗੇ ਆ, ਔਰ ਆਪਣੇ ਗੁਣਾਂ ਦੇ ਬਾਰੇ 'ਚ ਥੋੜ੍ਹਾ ਸੋਚੇ ਵੀ ਮੇਰੇ 'ਚ ਗੁਣ ਕੀ ਹੈਗੇ ਆ। ਅਵਗੁਣੀ ਹੈ ਸਦਾ, ਇਸ ਤਰ੍ਹਾਂ ਨਹੀਂ ਹੈਗਾ ਜੀ। ਗੁਣ ਅਵਗੁਣ ਦੋਨੋਂ ਸਾਥ-ਸਾਥ ਚੱਲਦੇ ਨੇ। ਖਾਸ ਕਰ ਕਲਯੁਗ ਦੇ ਅੰਤ ਸਮੇਂ ਗੁਣ ਵੀ ਹੈ, ਅਵਗੁਣ ਵੀ ਹੈ। ਅਤੇ ਇਹ ਮੌਕਾ ਮਿਲਦਾ ਹੀ ਸਾਨੂੰ ਸਰਵ ਸ਼ਕਤੀਵਾਨ ਪਰਮਾਤਮਾ ਦੇ ਨਾਲ ਮਨ ਲਗਾ ਕੇ ਅਵਗੁਣ ਜਿਹੜੇ ਆ ਉਹਨਾਂ ਨੂੰ ਅਸੀਂ ਦੂਰ ਕਰ ਦਈਏ। ਆਪਣੇ ਜੀਵਨ ਦਾ ਇੱਕ ਨਿਰਣੇ ਕਰਨਾ ਪੈਂਦਾ ਜੀ ਕਿ ਜੋ ਚੀਜ਼ ਮੇਰੇ ਫਾਇਦੇ ਦੀ ਨਹੀਂ ਹੈ, ਜੋ ਮੇਰੇ ਲਈ ਨੁਕਸਾਨਕਾਰਕ ਹੈ, ਉਸ ਨੂੰ ਮੈਂ ਬੰਦ ਕਰ ਦਿਆਂ। ਔਰ ਜਦੋਂ ਇਹੋ ਜਿਹਾ ਨਿਰਣੇ ਲੈਂਦੇ ਆ ਅਤੇ ਉਹਦੇ 'ਚ ਪਰਮਾਤਮਾ ਦੀ ਮਦਦ ਮਿਲਦੀ ਹੈ, ਉਹਨਾਂ ਦੀ ਸ਼ਕਤੀ ਦੀ ਮਦਦ ਸਾਨੂੰ ਮਿਲਦੀ ਹੈ। ਔਰ ਇਹਦੇ ਵਾਸਤੇ ਇੱਕ ਥੋੜ੍ਹਾ ਜਿਹਾ ਅਨੁਭਵ ਇਹੋ ਜਿਹਾ ਤੁਹਾਨੂੰ ਦੱਸ ਦਈਏ ਕਿ ਅਗਰ ਤੁਸੀਂ ਆਪਣਾ 7 ਦਿਨ ਵਾਸਤੇ ਇੱਕ ਸੰਕਲਪ ਕਰ ਲਓ, 7 ਦਿਨ 7 ਡੇਜ਼, ਜਿਸ ਤਰ੍ਹਾਂ ਬ੍ਰਹਮਾ ਕੁਮਾਰੀਜ਼ ਈਸ਼ਵਰੀ ਵਿਸ਼ਵ ਵਿਦਿਆਲੇ 'ਚ ਕੋਈ ਜਾਂਦਾ ਹੀ ਅਤੇ ਉਹਨੂੰ ਕਿਹਾ ਜਾਂਦਾ ਹੀ ਕਿ 7 ਦਿਨ ਦਾ ਕੋਰਸ ਹੈ, 1 ਘੰਟਾ ਰੋਜ਼ ਆ ਕਰਕੇ ਸਮਝੋ। ਇਸੇ ਤਰ੍ਹਾਂ ਹੀ ਸੋ ਪਰਿਵਰਤਨ ਵਾਸਤੇ ਅਸੀਂ ਆਤਮਾ ਫਿਰ ਆਪਣੇ ਪਵਿੱਤਰ ਸਰੂਪ 'ਚ ਆ ਜਾਈਏ, ਔਰ ਪਵਿੱਤਰ ਸਰੂਪ ਦੇ ਨਾਲ ਨਾਲ ਫਿਰ ਗੁਣ ਸਰੂਪ ਵੀ ਬਣਾਂਗੇ, ਸ਼ਕਤੀ ਸਰੂਪ ਵੀ ਬਣਾਂਗੇ। ਉਹਦੇ ਵਾਸਤੇ ਅਗਰ ਅਸੀਂ ਇੱਕ ਸੰਕਲਪ ਲੈ ਲਈਏ ਕਿ ਅਸੀਂ ਅੱਜ ਤੋਂ ਕੋਈ ਇਹੋ ਜਿਹੀ ਗੱਲ ਨਹੀਂ ਸੋਚਣੀ ਹੈ ਜਿਹੜੀ 5 ਵਿਕਾਰਾਂ ਦੇ ਇਨਫਲੂਐਂਸ ਦੇ ਕਾਰਨ ਹੋਏ, ਉਸ ਤੋਂ ਆਪਣੇ ਆਪ ਨੂੰ ਬਚਾਉਣਾ ਹੈ। ਇਸ ਕਰਕੇ ਸ਼ਿਵ ਬਾਬਾ ਨੇ ਸਭ ਨੂੰ ਇੱਕ ਬੜੇ ਪਿਆਰ ਨਾਲ ਕਿਹਾ, ਇਹ ਬੱਚੇ ਨਿਰੰਤਰ ਮੇਰੇ ਸਾਥ ਮਨ ਲਗਾ ਕੇ ਰੱਖੋ, ਮੈਨੂੰ ਯਾਦ करो। अगर निरंतर शिव बाबा के साथ मन लगेगा, परमात्मा पिता के साथ मन लगेगा, तो फिर सोचो की होएगा। परमात्मा दे संग दा रंग लगता रहेगा, शक्ति भी और सदबुद्धि भी मिलती रहेगी। फिर तुसी कोई इहो जिहा काम नहीं करनगे। तो 1 हफ्ता अगर इस तरह तुसी कर लिया, 1 हफ्ते च वो तुहाडा संस्कार बड़ा प्रबल बन जाएगा, बड़ा शक्तिशाली बन जाएगा। फिर तुसी कभी भी गलत काम करने वास्ते सोचोगे ही नहीं। तुहानू ख्याल आएगा तो फट बंद कर देंगे, और नहीं ये मेरे योग्य नहीं है। इस तरह अपने आप नू सुधारना पैंदा है, क्योंकि इस वेले होर कोई तरीका नहीं है अपने आप नू सुधारन दा। ना तो दवाइयाँ काम करदियाँ और ना किसी दी होर एडवाइस काम करदी है। ये श्रीमत परम पिता परमात्मा दी श्रीमत जिहड़ी मिलदी है, वो श्रीमत सानू श्रेष्ठ बनाउंदी है। श्रीमत च वो शक्ति हैगी है कि असी फिर अपना खोया होया जिहड़ा साडा सच्चा स्वरूप है, पवित्र स्वरूप है, प्रेम स्वरूप है, शांत स्वरूप है, शक्ति स्वरूप है, पावन स्वरूप है, असी वापस उस स्वरूप च अपने आप नू स्थित कर सकीए। तो मानव जीवन दे जिहड़ा जमा खाता है ਉਹਦੀ ਪ੍ਰਕਿਰਿਆ क्या है? जिदा इंग्लिश च बोलते कि +-0, +-+, या फिर +-। नहीं, ये तो बड़ी सहज जी गल है। जदों कोई तुहाडे घर दे आस पास जी या खेती दे आस पास भी थोड़ा जिहा कखपन इकट्ठा हो जाता है, जी, कचरा इकट्ठा जी, हो जाता जी। है, तो की करदे हो? जला दिंदे हो। जी जलाउणा ही ना। इसे तरह ही हर आत्मा दे मन च अगर कोई कचरा इकट्ठा हो गया ही
ਹੂੰ ਕਚਰਾ ਸਮਝ ਸਕਦੇ ਹੋ ਕਿਹਨੂੰ ਕਹਿ ਰਹੇ ਹਾਂ, ਪੰਜ ਵਿਕਾਰਾਂ ਪੰਜ ਦੇ ਬਾਰੇ। ਵਿਕਾਰਾਂ ਨੂੰ। ਤੇ ਉਹ ਕਚਰੇ ਨੂੰ ਜਲਾਉਣ ਦਾ ਇੱਕ ਹੀ ਤਰੀਕਾ ਹੈ, ਓਕੇ ਪਰਮਾਤਮਾ ਦੀ ਗਿਆਨ ਯਾਦ। ਸੂਰਯ ਹੈ, ਜੀ ਉਹਨਾਂ ਦੇ ਨਾਲ ਮਨ ਲਗਾ ਕਰਕੇ ਆਪਣੇ ਆਪ ਨੂੰ ਮਾਸਟਰ ਗਿਆਨ ਸੂਰਯ ਦੀ ਜਿਹੜੀ ਸਥਿਤੀ ਆ ਉਹਦੇ 'ਚ ਸਥਿਤ ਕਰ ਦੇਣਾ। ਉਸ ਸ਼ਕਤੀਸ਼ਾਲੀ, ਅੱਜ ਦੀ ਮੁਰਲੀ 'ਚ ਤੁਸੀਂ ਸੁਣਿਆ, ਕੱਲ ਵੀ ਸੀ ਅੱਜ ਵੀ ਸੀ, ਜੀ ਕਿ ਬਾਬਾ ਦਾ ਜਿਹੜਾ ਸਰੂਪ ਹੈ ਉਹ ਇਤਨਾ ਤੇਜੋਮय ਹੈਗਾ ਹੀ, ਹਾਂਜੀ ਲਾਈਟ ਸਰੂਪ। ਉਹ ਅਗਰ ਤੁਸੀਂ ਆਪਣੇ ਕੀ ਕਹੀਏ ਇਹਨੂੰ ਕਨਸੈਪਚੁਅਲਾਈਜ਼ ਕਰ ਸਕਦੇ ਹੋ ਆਪਣੇ ਮਨ 'ਚ, ਉਹਨੂੰ ਆਪਣੇ ਮਨ 'ਚ ਸੋਚ ਸਕਦੇ ਹੋ ਵੀ ਉਹ ਸਰੂਪ ਕਿਹੋ ਜਿਹਾ ਹੈ, ਤੇ ਤੁਸੀਂ ਆਪਣੇ ਆਪ ਨੂੰ ਉਸ ਸਰੂਪ 'ਚ ਲੈ ਆਓ, ਤੇ ਤੁਹਾਡੇ ਜਿਹੜਾ ਪਾਸਟ ਦਾ ਜੋ ਵੀ ਕੋਈ ਕਰਮ ਰਿਹਾ ਹੋਇਆ ਹੈ, ਵਿਕਰਮ ਜਿਹਨੂੰ ਕਹਿੰਦੇ ਆ, ਉਹ ਵਿਕਰਮਾਂ ਦਾ ਖਾਤਾ ਸਾਰਾ ਹੀ ਭਸਮ ਹੋ ਜਾਏਗਾ। ਜਿਸ ਤਰ੍ਹਾਂ ਉਹ ਕਚਰੇ ਨੂੰ ਭਸਮ ਕਰ ਦਿੰਦਾ ਹੀ ਸੂਰਜ ਦੀ ਕਿਰਨਾਂ ਨੂੰ ਇਕੱਠਾ ਕਰੀਏ, ਜੀ ਤੇ ਜੀ ਇਸੇ ਤਰ੍ਹਾਂ ਹੀ ਇਹ ਮਨੁੱਖ ਆਤਮਾ ਦੀ ਇਹਦੇ ਵਿੱਚ ਚਾਹੀਦੀ ਹੈ ਵਿਲ ਪਾਵਰ, ਬਹੁਤ ਹੀ ਸੋਚ ਸ਼ਕਤੀ ਜਿਹੜੀ ਹੈ ਉਹ ਬਹੁਤ ਕੰਮ ਕਰਦੀ ਹੈ। ਅਗਰ ਢਿੱਲੇ ਢਿੱਲੇ ਸੋਚਦੇ ਹੋ ਤੇ ਢਿੱਲੇ ਹੀ ਹੋ ਜਾਣਗੇ ਉਹ। ਇਸ ਕਰਕੇ ਕਿਹਾ ਜਾਂਦਾ ਹੀ ਐਜ਼ ਯੂ ਥਿੰਕ ਸੋ ਯੂ ਬਿਕਮ। ਐਵੇਂ ਹੀ ਨਹੀਂ ਕਹਿੰਦੇ, ਪ੍ਰੈਕਟੀਕਲ ਦੇ ਕੇ। ਜੀ ਇਸ ਕਰਕੇ ਬਾਬਾ ਸਾਨੂੰ ਦੇਖੋ, ਜਦੋਂ ਅਸੀਂ ਈਸ਼ਵਰੀ ਗਿਆਨ ਔਰ ਯੋਗ ਦੀ ਸ਼ੁਰੂਆਤ ਕਰਦੇ ਹਾਂ ਤੇ ਸ਼ੁਰੂ 'ਚ ਹੀ ਸਾਨੂੰ ਕੀ ਕਹਿੰਦੇ ਆ, ਆਪਣੇ ਆਪ ਨੂੰ ਪਵਿੱਤਰ ਆਤਮਾ ਸਮਝੋ। ਹੁਣ ਵਿਅਕਤੀ ਸੋਚਦਾ ਹੀ ਮੈਂ ਤੇ ਪਵਿੱਤਰ ਕੰਮ ਕਰਦਾ ਨਹੀਂ, ਤੇ ਮੈਂ ਸੋਚਾਂ ਕਿਸ ਤਰ੍ਹਾਂ। ਲੇਕਿਨ ਬਾਬਾ ਕਹਿੰਦਾ ਹੀ ਨਹੀਂ, ਉਹ ਪਹਿਲੇ ਤੁਸੀਂ ਨਹੀਂ ਕਰਦੇ ਸੀ ਪਵਿੱਤਰ ਕੰਮ, ਇਸ ਕਰਕੇ ਤੁਸੀਂ ਸੋਚਦੇ ਹੋ ਕਿ ਅਸੀਂ ਤੇ ਅਪਵਿੱਤਰ ਹੀ ਹੈਗੇ ਪਵਿੱਤਰ ਹਾਂ। ਹੈ। ਇਸ ਕਰਕੇ ਅਰਦਾਸ 'ਚ ਇਹੋ ਹੀ ਕਹਿੰਦੇ ਅਸੀਂ ਤੁਹਾਡੇ ਚਰਨਾਂ ਦੀ ਧੂਲ ਹੈ, ਪਾਪੀ ਹੈ, ਬੰਦੇ ਹੈ, ਗੰਦੇ ਹੈ, ਇਹੋ ਜਿਹੀਆਂ ਗੱਲਾਂ ਕਰ ਦਿੰਦੇ ਆ। ਲੇਕਿਨ ਪਰਮਾਤਮਾ ਪਿਤਾ ਕਰਕੇ ਉਹ ਚੀਜ਼ ਸਾਨੂੰ ਸਿਖਾਉਂਦੇ ਆ ਜੋ ਦੁਨੀਆ 'ਚ ਭਗਤੀ ਮਾਰਗ 'ਚ ਲੋਕ ਨਹੀਂ ਸਿਖਾਉਂਦੇ। ਤਾਂ ਉਹ ਸਿਖਾਉਂਦੇ ਨੇ ਸ਼ੁੱਧ ਸੋਚਣਾ, ਸ਼ੁਭ ਸੋਚਣਾ ਔਰ ਸ੍ਰੇਸ਼ਟ ਕਰਮ ਕਰਨਾ। ਜੀ ਇਹ ਤਿੰਨ ਚੀਜ਼ਾਂ। शुभ सोचना, श्रेष्ठ कर्म करना और त्रिजा शुद्ध, शुभ ਔਰ ਸ੍ਰੇਸ਼ਟ ਕਰਮ ਕਰਨਾ। ਜੀ 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 ਤੇ ਇਸ ਦੇ ਨਾਲ ਸਾਡੇ ਜਿਹੜੇ ਸੰਸਕਾਰ ਹੈਗੇ ਉਹ ਵਾਪਸ ਬਾਪ ਸਮਾਨ ਬਣਦੇ ਜਾਂਦੇ ਆ। ਪਰਮਾਤਮਾ ਪਿਤਾ ਦੇ ਜੋ ਸੰਸਕਾਰ, ਕਦੀ ਕੋਈ ਕਹੇਗਾ ਕਿ ਪਰਮਾਤਮਾ ਦੇ ਉੱਪਰ ਕਦੀ ਪੰਜ ਵਿਕਾਰਾਂ ਦਾ ਕੋਈ ਆਵਰਣ ਆ ਗਿਆ, ਕਦੀ ਨਹੀਂ ਸੋਚਿਆ। ਉਹਨੂੰ ਯਾਦ ਹੀ ਕਰਦੇ ਸਾਨੂੰ, ਇਹ ਵਿਕਾਰਾਂ ਤੋਂ ਬਚਾਓ, ਇਹ ਦੁੱਖ ਤੋਂ ਬਚਾਓ, ਇਹ ਅਸ਼ਾਂਤੀ ਤੋਂ ਬਚਾਓ, ਸਾਨੂੰ ਸ਼ਾਂਤੀ ਦਿਓ, ਇਹੀ ਕਹਿੰਦੇ ਨਾ। ਜੀ ਜੀ ਤੇ ਇਸ ਕਰਕੇ ਜੋ ਅਸੀਂ ਕਹਿੰਦੇ ਆ ਅੱਜ ਦਿਨ ਤਾਈਂ, ਥੋੜ੍ਹਾ ਉਹਦੇ 'ਤੇ ਵਿਚਾਰ ਕਰਕੇ, ਤੇ ਇਸ ਕਰਕੇ ਸਾਨੂੰ ਸ਼ਿਵ ਬਾਬਾ ਦੀ ਇਹ ਹਿਦਾਇਤ ਕਹੋ, ਸ਼੍ਰੀਮਤ ਕਹੋ, ਪਿਆਰ ਨਾਲ ਕਹਿੰਦੇ ਨੇ ਕਿ ਬੱਚੇ ਸ਼ੁਭ ਸੋਚੋ ਔਰ ਸ਼ੁੱਧ ਸੋਚੋ। ਜੀ शुभ और शुद्ध। और फिर है भी सर्व शक्तिवान ਦੀ ਸ਼ਕਤੀ ਨੂੰ ਆਵਾਨ ਕਰੋ ਉਹਦਾ, ਉਹਨਾਂ ਦੇ ਨਾਲ ਮਨ ਲਗਾ ਕੇ ਆਤਮਾ 'ਚੋਂ ਸ਼ਕਤੀ ਅੱਛੀ ਤਰ੍ਹਾਂ ਭਰੋ, ਤੇ ਉਸ ਦੇ ਫਲ ਸਰੂਪ ਆਤਮਾ ਪਾਵਨ ਬਣ ਜਾਏਗੀ। ਜੀ ਤੇ ਆਤਮਾ ਪਾवन बनना ता या फिर खाता जमा करना, ये दोनों च कोई अंतर है या नहीं? ਪਾਵਨ ਬਣਨਾ ਆਤਮਾ ਦੇ ਆਪਣੇ ਫਾਇਦੇ ਦੀ ਗੱਲ ਹੈ। अच्छा ਫਿਰ ਖਾਤਾ ਜਮਾ ਕਰਨਾ
ਤੇ ਉਹ ਤੇ ਕਰਮਾਂ ਦੀ ਜਿਹੜੀ ਖੇਤੀ ਬੋਈ ਦੀ ਹੈ ਨਾ, ਤੇ ਸ੍ਰੇਸ਼ਟ ਕਰਮ ਕਰਨਗੇ ਉਹ ਤਾਂ ਤੁਹਾਡਾ ਖਾਤਾ ਖਾਤਾ ਜਮਾ ਹੋਊਗਾ। ਜੀ ਜੀ ਭਾਈ ਸਾਹਿਬ, ਅੱਜ ਤੁਸੀਂ ਸਾਨੂੰ ਕਰਮ ਤੇ ਕਰਮਾਂ ਦੀ ਗਹਿਨ ਗਤੀ ਜਾਂ ਫਿਰ ਗੁਹਿਆ ਗਤੀ ਜਿਹੜੇ ਤੁਸੀਂ ਇਸ ਐਪੀਸੋਡ 'ਚ ਦੱਸਿਆ। ਸਾਡੇ ਬਹੁਤ ਸਾਰੇ ਪ੍ਰਸ਼ਨ ਹੈ ਇਹ ਕਦੀ ਹੱਲ ਨਹੀਂ ਦੱਸੋ ਹੋਰ ਕਿਹੜਾ ਹੀ ਹੈ ਸਮ ਕੋਈ? ਬਿਲकुल है भाई साहब। ਹਾਂ जितना समय और संकल्प आत्मा श्रेष्ठ खजाना है, इन खजाने ਨੂੰ ਜਮਾ ਕਰਨੇ ਦੀ ਵਿਧੀ ਕੀ ਹੈ? समय और संकल्प। ਅਗਰ ਤੁਹਾਡੀ ਜੇਬ 'ਚ ਕੁਝ ਕਰੰਸੀ ਰੱਖੀ ਹੋਈ ਹੈ, जी ਜੇਬ ਤੁਹਾਡੀ ਫਟੀ ਹੋਈ ਨਹੀਂ ਹੈ, जी ਤਾਂ ਕਰੰਸੀ ਸੇਫ ਰਹੇਗੀ। जी ਨਹੀਂ ਤੇ ਉਹ ਇੱਕ ਇੱਕ ਕਰਕੇ ਸਾਰੀ ਨਿਕਲ ਜਾਏਗੀ। जी ਠੀਕ ਹੈ, ਬਸ ਜੀ। ਇੱਥੋਂ ਸਮਝ ਜਾਓ ਕਿ ਜੋ ਤੁਸੀਂ ਸ੍ਰੇਸ਼ਟ ਕਰਮ ਦਾ ਆਪਣਾ ਖਾਤਾ ਜਮ੍ਹਾਂ ਕਰਦੇ ਹੋ जी ਤਾਂ ਉਸ ਨੂੰ ਬਰਬਾਦ ਨਾ ਕਰਨਾ। ਲੇਕਿਨ समय ਇਸ ਟਾਈਮ ਕੁਝ ਹੋਰ ਚੱਲਿਆ ਵਾ ਤੇ ਆ ਸਾਡੇ ਮਨ 'ਚ ਸੰਕਲਪ ਕੁਝ ਹੋਰ ਚੱਲੇ ਵੇ, ਉਸ ਸਮੇਂ ਕੀ ਕਰਨਾ? ਉਸ ਵੇਲੇ ਆਪਣੇ ਆਪ ਨੂੰ ਯਾਦ ਦਿਲਾਉਣਾ ਹੀ ਕਿ ਅਸੀਂ ਸ਼ੁੱਧ ਸੋਚੀਏ, ਸ਼ੁਭ ਸੋਚੀਏ, ਸ੍ਰੇਸ਼ਟ ਕਰਮ ਕਰਨਾ ਹੀ ਤੇ ਉਹਦੇ ਵਾਸਤੇ ਸ੍ਰੇਸ਼ਟ ਸੰਕਲਪ ਚਾਹੀਦਾ ਹੈ ਔਰ ਉਹਦੇ ਵਾਸਤੇ ਸਾਨੂੰ ਚਾਹੀਦੀ ਹੈ ਸ਼ਕਤੀ। ਤੇ ਫਿਰ ਉਸ ਵੇਲੇ ਸਰਵ ਸ਼ਕਤੀਵਾਨ ਬਾਬਾ ਦਾ ਆਵਾਹਨ ਕਰੋ ਸੰਕਲਪ ਦੇ ਜ਼ਰੀਏ, ਬਾਬਾ ਮੇਰੇ ਸਾਹਮਣੇ ਇਹ ਥੋੜੀ ਦੁਵਿਧਾ ਹੈ, ਇਸ ਨੂੰ ਠੀਕ ਕਰਨ ਵਾਸਤੇ ਤੁਸੀਂ ਆ ਜਾਓ, ਮੈਨੂੰ ਗਾਈਡ ਕਰੋ। ਤਾਂ ਜਦੋਂ ਤੁਸੀਂ ਇਹ ਸੰਕਲਪ ਕਰਨਗੇ ਹੋ, ਜੀ ਤੁਹਾਨੂੰ ਬਾਬਾ ਦੀ ਗਾਈਡੈਂਸ ਵੀ ਮਿਲ ਜਾਏਗੀ, ਬਾਬਾ ਦੀ ਸ਼ਕਤੀ ਵੀ ਮਿਲ ਜਾਏਗੀ ਔਰ ਤੁਸੀਂ ਗਲਤ ਕੰਮ ਕਰਨ ਤੋਂ ਬਚ ਜਾਣਗੇ। ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਤੁਸੀਂ ਕਰਮਾਂ ਦੇ ਬਾਰੇ 'ਚ ਸਾਨੂੰ ਦੱਸਿਆ। ਅਗਲੀ ਕੜੀ 'ਚ ਵੀ ਮੈਂ ਕੁਛ ਹੋਰ ਕਰਮਾਂ ਦੇ ਵਾਸਤੇ ਤੁਹਾਡੇ ਵਰਗੋਂ ਬਹੁਤ ਸਾਰੀ ਗੱਲਾਂ ਕਰੂੰਗੀ। ਫਿਲਹਾਲ ਸਾਡੇ ਦਰਸ਼ਕਾਂ ਨੂੰ, ਮੈਨੂੰ ਪਤਾ ਹੈ ਕਿ ਉਹਨਾਂ ਨੂੰ ਬਹੁਤ ਅੱਛਾ ਲੱਗਿਆ ਕਰਦਾ ਹੋਣਾ ਕਿ ਕਰਮਾਂ ਦੇ ਬਾਰੇ 'ਚ, ਕਿਉਂਕਿ ਕਰਮ ਇੱਕ ਬਹੁਤ ਵੱਡੀ ਇੱਕ ਗੱਲ ਹੈ ਕਿ ਅਸੀਂ ਕਿੱਦਾਂ ਆਪਣੇ ਕਰਮ ਨੂੰ ਅੱਛੇ ਬਣਾਈਏ। ਅਗਲੀ ਕੜੀ 'ਚ ਇੱਕ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਹਾਂ ਜੀ ਜ਼ਰੂਰ ਕਿ ਤੁਸੀਂ ਇਹ ਜੋ ਕੁਝ ਰਿਕਾਰਡਿੰਗ ਕਰ ਰਹੇ ਹੋ ਜੀ ਔਰ ਜਿਸ ਤਰ੍ਹਾਂ ਇਹ ਸਾਰੀ ਦੁਨੀਆ 'ਚ ਜਾ ਰਿਹਾ ਹੈ, ਜੀ ਤੇ ਕੱਲ ਮੇਰੇ ਲੌਕਿਕ ਭਤੀਜੇ ਦਾ ਫੋਨ ਜੀ ਆਸਟ੍ਰੇਲੀਆ ਤੋਂ ਆਇਆ ਜੀ ਔਰ ਉਹ ਬੜਾ ਹੀ ਖੁਸ਼ ਸੀ ਕਿ ਤੁਸੀਂ ਪੰਜਾਬੀ 'ਚ ਜੋ ਰਿਕਾਰਡਿੰਗ ਕਰਦੇ ਹੋ, ਅਸੀਂ ਇੱਥੇ ਬਹੁਤ ਸੁਣ ਕਰਕੇ ਸਾਨੂੰ ਬੜਾ ਫਾਇਦਾ ਹੋ ਰਿਹਾ ਆਸਟ੍ਰੇਲੀਆ 'ਚ। ਜੀ ਸਭ ਇਹ ਮੈਲਬੌਰਨ ਭਾਈ ਸਾਹਿਬ 'ਚ। ਤੁਹਾਡੀ ਮਿਹਰਬਾਨੀ, ਤੁਸੀਂ ਆਪਣਾ ਕੀਮਤੀ ਸਮੇਂ ਸਾਨੂੰ ਦਿੰਦੇ ਤੇ ਸਾਡੇ ਪ੍ਰਸ਼ਨਾਂ ਦਾ ਹੱਲ ਦਿੰਦੇ। ਜਿੱਦਾਂ ਦਰਸ਼ਕ ਸਾਨੂੰ ਪ੍ਰਸ਼ਨ ਭੇਜਦੇ, ਉਹ ਪ੍ਰਸ਼ਨ ਅਸੀਂ ਤੁਹਾਡੇ ਵਰਗੋਂ ਪੁੱਛਦੇ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਤੇ ਦਰਸ਼ਕਾਂ ਦਾ ਵੀ ਧੰਨਵਾਦ। ਸਾਨੂੰ ਇਹ ਮੌਕਾ ਸੇਵਾ ਦਾ ਮਿਲਿਆ ਹੀ, ਮੈਂ ਤੇ ਆਪਣੇ ਆਪ ਨੂੰ ਇਸ ਕਰਕੇ ਬੜਾ ਹੀ ਖੁਸ਼ਕਿਸਮਤ ਸਮਝਦਾ ਹਾਂ ਕਿ ਸਾਨੂੰ ਦੁਨੀਆ ਕਿਸ ਪਾਸੇ ਜਾ ਰਹੀ ਔਰ ਅਸੀਂ ਕਿਸ ਪਾਸੇ ਜਾ ਰਹੇ ਹਾਂ। ਸਾਡੇ ਦਿਲ 'ਚ ਹੋਰ ਕੁਝ ਨਹੀਂ ਹੈ, ਬਸ ਆਪਣੀ ਜੀਵਨ ਨੂੰ ਪਾਵਨ ਬਣਾਉਣਾ ਔਰ ਦੂਸਰੇ ਭਾਈ ਭੈਣਾਂ ਨੂੰ ਵੀ ਉਹਦਾ ਰਸਤਾ ਦੱਸਣਾ। ਜੀ ਭਾਈ ਜੀ, ਓਮ ਓਮ ਸ਼ਾਂਤੀ। ਸ਼ਾਂਤੀ।